बहुत ही ਜਿਹੜੀਆਂ ਮੰਦਭਾਗੀਆਂ ਤਸਵੀਰਾਂ ਨੇ, ਦਿਲ ਨੂੰ ਵਰੁੰਦਣ ਵਾਲੀਆਂ ਤਸਵੀਰਾਂ ਨੇ ਕਿ ਇੱਕੋ ਗਲੀ 'ਚੋਂ ਜਦੋਂ ਲਾਸ਼ਾਂ ਇੱਕ ਇੱਕ ਕਰਕੇ ਆ ਰਹੀਆਂ, ਹੁਣ ਲਾਸ਼ਾਂ ਦੀ ਗਿਣਤੀ ਕਰਨੀ ਪੈ ਰਹੀ ਹੋਵੇ ਕਿ ਹੋਰ ਕਿੰਨੀਆਂ ਆ ਗਈਆਂ, ਕਿੰਨੀਆਂ ਰਹਿਣਗੀਆਂ, ਕਿੰਨਾ ਮੰਦਭਾਗਾ ਸਮਾਂ ਹੋਵੇਗਾ ਇਸ ਮੁਹੱਲੇ ਦੇ ਲਈ। ਤੇ ਇਹ ਟਰੈਕਟਰ ਦਿਖਾ ਰਹੇ ਹੈਗੇ ਆ, ਇसी ਟਰੈਕਟਰ 'ਚ ਜਿਹੜਾ ਹੈ ਕੁਛ ਹੀ ਸਮੇਂ 'ਚ ਹੁਣ ਜਿਹੜਾ ਹੈਗਾ ਅੰਤਿਮ ਸੰਸਕਾਰ ਲਈ ਇਹ ਸ਼ਵਾਂ ਨੂੰ ਲਿਜਾਇਆ ਜਾਵੇਗਾ। ਔਰ ਦੱਸ ਦਈਏ ਕਿ ਇੱਕੋ ਪਿੰਡ ਦੇ ਸ਼ਮਸ਼ਾਨ ਘਾਟ 'ਚ 7 ਜਿਹੜਾ ਹੈਗਾ ਸ਼ਵਾਂ ਦਾ ਇੱਕ ਨਾਲ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇੱਥੋਂ ਹੁਣ ਸ਼ਵਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈਗਾ ਕਿਉਂਕਿ ਸ਼ਵਾਂ ਦਾ ਹਾਲ ਜਿਹੜਾ ਹੈ ਕਾਫੀ ਜਿਹੜਾ ਹੈਗਾ ਮੰਦਾ ਹੋ ਗਿਆ ਸੀਗਾ ਕਿਉਂਕਿ ਪਾਣੀ 'ਚ ਫੁੱਲ ਗਈਆਂ ਸੀਗੀਆਂ ਲਾਸ਼ਾਂ ਤੇ ਉਸ ਦਾ ਪੋਸਟਮਾਰਟਮ ਹੋਇਆ। ਤੇ ਆਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ। ਤੇ ਜਲਦ ਹੀ ਇੱਥੋਂ ਹੁਣ ਲਿਜਾਇਆ ਜਾ ਰਿਹਾ ਹੈਗਾ। ਪਰਿਵਾਰਕ ਮੈਂਬਰਾਂ ਦਾ ਰੋ ਬੁਰਾ ਹਾਲ ਹੈ, ਇਸ ਕਰਕੇ ਘਰ ਦੇ ਦੂਸਰੇ ਪਾਸੇ ਹੀ ਲੈ ਕੇ ਆਏ ਸੀ ਲਾਸ਼ਾਂ ਨੂੰ। ਤੇ ਆਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ, ਬਹੁਤ ਨੂੰ ਦਿਲ ਨੂੰ ਵਰੁੰਦਣ ਵਾਲੀ ਤਸਵੀਰਾਂ। ਇੱਕੋ ਘਰ ਦੇ 4 ਜੀਆਂ ਦੀ ਹੈ ਇਸ ਟਰੈਕਟਰ 'ਚ ਜਿਹੜੀਆਂ ਹੈਗੀਆਂ ਲਾਸ਼ਾਂ ਜਾ ਰਹੀਆਂ ਹੈਗੀਆਂ ਨੇ। ਬਹੁਤ ਬੁਰਾ ਹਾਲ ਹੋਇਆ ਹੈਗਾ, ਬਹੁਤ ਹੀ ਪਹਾੜਾ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈਗਾ ਇਸ ਪਰਿਵਾਰ ਦੇ ਉੱਪਰ ਕਿਉਂਕਿ ਪਵਨ ਕੁਮਾਰ, ਰਮਨ ਕੁਮਾਰ, ਲਾਭ ਸਿੰਘ ਜਿਹੜੇ ਹੈਗੇ ਨੇ ਉਹ ਇੱਕੋ ਹੀ ਪਰਿਵਾਰ ਦੇ ਹੈਗੇ ਨੇ। ਤੇ ਆ ਤੁਸੀਂ ਵੇਖ ਸਕਦੇ ਹੈਗੇ ਹੋ ਜਿਹੜੇ ਲੇਡੀਜ਼ ਹੈਗੀਆਂ ਉਹ ਇੱਕ ਸਾਈਡ ਦੂਸਰੀ ਸਾਈਡ ਹੈਗੀ ਆ ਘਰ 'ਚ। ਇੱਧਰ ਵੀ ਜਿਹੜਾ ਹੈਗਾ ਲਾਭ ਹੋ ਰਿਹਾ ਹੈਗਾ। ਤਮਾਮ ਦਾਦੀ ਜਿਹੜੇ ਹੈਗੇ ਉਹਨਾਂ ਨੂੰ ਬਾਰ-ਬਾਰ ਇੰਜੈਕਸ਼ਨ ਦਿੱਤੇ ਜਾ ਰਹੇ ਸੀ, ਉਸ ਦਾ ਵੀ ਅਸਰ ਨਹੀਂ ਹੋ ਰਿਹਾ। ਵੇਖ ਸਕਦੇ ਹੋ ਕਿ ਕੀ ਹਾਲ ਹੋਇਆ ਹੈਗਾ ਜਦੋਂ ਇਹਨਾਂ ਨੂੰ ਪਤਾ ਚੱਲਿਆ ਕਿ ਜਿਹੜੇ ਮੱਥਾ ਟੇਕਣ ਲਈ ਗਏ ਸੀਗੇ ਇਹਨਾਂ ਦੇ ਘਰ ਦੇ ਜੀ ਉਹ ਹੁਣ ਹਮੇਸ਼ਾ ਲਈ ਜਿਹੜਾ ਹੈ ਇਹਨਾਂ ਤੋਂ ਦੂਰ ਜਾ ਚੁੱਕੇ ਹੈਗੇ ਨੇ। ਤੇ ਉਸ ਵੇਲੇ ਪਹਿਲਾਂ ਤਾਂ ਇਹਨਾਂ ਨੂੰ ਯਕੀਨ ਨਹੀਂ ਹੋਇਆ, ਬਾਅਦ ਵਿੱਚ ਇਹ ਲਗਾਤਾਰ ਫੋਨਸ ਕਰਦੇ ਰਹੇ ਤੇ ਕੁਝ ਲੰਗਰ ਕਮੇਟੀਆਂ ਜਿਹੜੀਆਂ ਬਨੂੜ ਤੋਂ ਗਈਆਂ ਸੀਗੀਆਂ ਉਹਨਾਂ ਦੇ ਮਾਧਿਅਮ ਤੋਂ ਸਭ ਤੋਂ ਪਹਿਲਾਂ ਇਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੇ ਸ਼ਖਸ ਹੁਣ ਨਹੀਂ ਰਹੇ ਨੇ ਇਸ ਦੁਨੀਆ 'ਚ। ਉਹ ਵੀ ਕਾਫੀ ਲੰਬੇ ਸਮੇਂ ਬਾਅਦ ਉਹਨਾਂ ਨੇ ਦੱਸਿਆ ਕਿਉਂਕਿ ਇਹੋ ਜਿਹੀ ਸਦਮੇ ਵਾਲੀ ਗੱਲ ਜਲਦ ਦੱਸੀ ਵੀ ਨਹੀਂ ਜਾ ਸਕਦੀ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਪਰਿਵਾਰ ਦਾ ਰੋ ਪਰਿਵਾਰਾਂ ਦਾ ਬੁਰਾ ਹਾਲ ਸੀਗਾ। ਤੁਹਾਨੂੰ ਦੱਸ ਦਈਏ ਇੱਕੋ ਪਰਿਵਾਰ ਦੇ 4 ਜੀ ਸੀਗੇ। ਇਸ ਤੋਂ ਇਲਾਵਾ ਸ਼ਿਵਾ ਜਿਹੜਾ ਹੈ, ਸ਼ਿਵਾ, ਵਿਸ਼ਾਲ ਤੇ ਅਰੁਣ, ਉਹ ਤਿੰਨੋਂ ਅਲੱਗ-ਅਲੱਗ ਪਰਿਵਾਰ ਦੇ ਹੈਗੇ ਨੇ। ਤੇ 7 ਦਾ ਅੰਤਿਮ ਸੰਸਕਾਰ ਇੱਕੋ ਮੁਹੱਲੇ ਦੇ ਰਹਿਣ ਵਾਲੇ ਹੈ, ਇੱਕ ਨਾਲ ਕੀਤਾ ਜਾਵੇਗਾ। ਔਰ ਉਮਰ ਕੋਈ ਨਹੀਂ ਸੀਗੀ, ਉਮਰ ਬਹੁਤ ਘੱਟ ਸੀ, ਉਮਰ 14 ਸਾਲ ਸਭ ਤੋਂ ਘੱਟ ਸੀਗੀ ਅਰੁਣ ਦੀ। ਇਸ ਤੋਂ ਇਲਾਵਾ ਦੱਸ ਦਈਏ 16 ਸਾਲ ਦੇ 2 ਸੀ, 17 ਸਾਲ ਦਾ ਇੱਕ, 18 ਸਾਲ ਦਾ ਇੱਕ, 19 ਸਾਲ ਦਾ ਇੱਕ, 32 ਸਾਲ ਦਾ ਇੱਕ। ਤੇ ਬਹੁਤ ਘੱਟ ਉਮਰਾਂ 'ਚ ਜਿਹੜਾ ਹੈ ਸਦੀਵੀ ਵਿਛੋੜਾ ਜਿਸ ਤਰ੍ਹਾਂ ਪਰਿਵਾਰਾਂ ਨੂੰ ਪਾ ਗਏ ਨੇ। ਤੇ ਇਹ ਜਿਹੜਾ ਹੈਗਾ ਸਹਿਣ ਕਰਨਾ ਜਿਹੜਾ ਹੈਗਾ ਬਹੁਤ ਮੁਸ਼ਕਿਲ ਹੈਗਾ। ਔਰ ਸਾਡੇ ਦਰਸ਼ਕ ਵੀ ਜਿਹੜੇ ਹੈਗੇ ਨੇ ਹਰ ਕੋਈ ਨਹੀਂ ਦੇਖ ਸਕਦਾ ਹੈਗਾ ਇਹੋ ਜਿਹੀਆਂ ਤਸਵੀਰਾਂ। ਮੁਸ਼ਕਿਲ ਹੋ ਜਾਂਦਾ ਇਹੋ ਜਿਹੀਆਂ ਤਸਵੀਰਾਂ ਦਾ ਦੇਖਣਾ ਵੀ, ਔਰ ਸਾਨੂੰ ਵੀ ਇਹੋ ਜਿਹੀਆਂ ਖਬਰਾਂ ਜਿਹੜਾ ਹੈਗਾ ਪਹੁੰਚਾਉਣਾ ਕਾਫੀ ਜਿਹੜਾ ਦਿਲ ਤੇ ਪੱਥਰ ਰੱਖ ਕੇ ਪਹੁੰਚਾਉਣੀਆਂ ਪੈਂਦੀਆਂ ਨੇ ਇਹੋ ਜਿਹੀਆਂ ਖਬਰਾਂ। ਤੇ ਲਗਾਤਾਰ ਤਸਵੀਰਾਂ ਤੁਹਾਨੂੰ ਬਨੂੜ ਤੋਂ ਸਾਂਝੀਆਂ ਕਰ ਰਹੇ ਹਾਂ। ਔਰ ਕੁਛ ਹੀ ਦੇਰ 'ਚ ਹੁਣ ਅੰਤਿਮ ਸੰਸਕਾਰ ਕੀਤਾ ਜਾਵੇਗਾ ਕਿ ਤਕਰੀਬਨ 1.5 ਤੋਂ 2 ਕਿਲੋਮੀਟਰ ਦੂਰ ਸ਼ਮਸ਼ਾਨ ਘਾਟ ਹੈਗਾ ਹੈ ਪਿੰਡ ਦਾ, ਉੱਥੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। 4 ਜਿਹੜੇ ਸ਼ਵ ਹੈ ਇਸ ਟਰੈਕਟਰ 'ਚ ਨੇ। ਇਸ ਤੋਂ ਇਲਾਵਾ 3 ਜਿਹੜੇ ਸ਼ਵ ਨੇ ਉਹਨਾਂ ਨੂੰ ਅਲੱਗ-ਅਲੱਗ ਲੈ ਕੇ ਜਾਇਆ ਜਾਵੇਗਾ। बिल्कुल ये तस्वीरां लगातार तुहाडी टीवी स्क्रीन ते तुहानू विखा रहे हैं। हालांकि इस वेले तमाम इस मंजर नू अल्फाज दे पाना बहुत मुश्किल है क्योंकि इस परिवार ते इस वेले की बीत रही है इसनू लफ्ज दिते जा ही नहीं सकते। एक परिवार जिसदे घरों 4 अर्थियां उठ रही ने, एक परिवार जिसदे 4 बच्चे वेखदियां ही वेखदियां मौत दी नींद सो गए। ना सिर्फ ये 4 बच्चे बल्कि मुहल्ले दे विच होर 3 घरां दे विच भी ये 70 विछे हुए ने। ये 7 चिराग बुझे ने वक्खो वक्ख परिवारां दे। ये मंजर बेहद ही दुखद है। इत्थे जरूरत है कि एक एक कदम फूक फूक के चक्या जावे क्योंकि जान वाला तुर जांदा है, पिछे विरलाप करदे परिवार रह जांदे ने। इन्हां परिवारां दे लई या तां सरकारी मुआवजे रह जांदे ने या कुछ लोकां दीयां तसल्लियां, पर ये जाना जो गईयां ने ये मुड़ वापस नहीं आउणियां। जांच होएगी, कमेटियां बनाईयां जाणगियां, उन्हां कमेटियां वल्लों इंसाफ देण दा भरोसा दिता जाएगा, इंसाफ मिल भी जाएगा। पर ये 4 मौतां जो होईयां ने इस दे नाल जो 3 मौतां होर होईयां ने, जो 7 मौतां पिंड बनूड़ दियां होईयां ने, इन्हां मापियां नूं इन्हां दे पुत्त कदे नहीं मिलने। बहरहाल अंतिम संस्कार दे लई अंकुश लिजाईयां जा रहीयां ने लाशां।
ਦੱਸ ਰਹੇ ਹਾਂ ਕਿ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਲਿਜਾਇਆ ਜਾ ਰਿਹਾ ਹੈਗਾ। ਤਕਰੀਬਨ 2 ਕਿਲੋਮੀਟਰ ਦੀ ਦੂਰੀ ਹੈਗੀ ਹੈ, ਲੇਕਿਨ ਜਿਹੜੀ ਸਦੀਵੀ ਦੂਰੀ ਹੁਣ ਪੈ ਗਈ ਹੈਗੀ ਹੈ ਪਰਿਵਾਰਾਂ ਦੇ ਵਿੱਚ, ਔਰ ਇਹਨਾਂ ਸ਼ਖਸਾਂ ਦੇ ਵਿੱਚ ਜਿਹੜਾ ਹਮੇਸ਼ਾ ਲਈ ਅਲਵਿਦਾ ਕਹਿ ਚੁੱਕਿਆ ਉਹ ਕਦੀ ਪੂਰੀ ਨਹੀਂ ਹੋ ਸਕਦੀ। ਤੇ ਫਿਰ ਤੋਂ ਇੱਕ ਵਾਰ ਦਰਸ਼ਕਾਂ ਨੂੰ ਅਸੀਂ ਦੱਸ ਦਿੰਦੇ ਹੈਗੇ ਆ ਕਿ ਜਿਸ ਤਰ੍ਹਾਂ ਗਰੀਬਨਾਥ ਮੰਦਿਰ ਹੈਗਾ ਹੈ ਰਾਏਪੁਰ ਮੈਦਾਨ, ਨੈਣਾ ਦੇਵੀ ਤੋਂ ਜਾਂਦੇ ਹੈਗੇ ਆ, ਤੇ ਰਾਏਪੁਰ ਮੈਦਾਨ ਜ਼ਿਲ੍ਹਾ ਉਹਨਾਂ ਦੀ ਬਾਉਂਡਰੀ ਸਟਾਰਟ ਹੁੰਦੀ ਹੈ, ਬਿਲਾਸਪੁਰ ਉਹਨਾਂ ਦੀ ਜਿਹੜਾ ਬਾਰਡਰ ਹੈਗਾ ਉਹ, ਤੇ ਉੱਥੇ ਹੀ ਗਰੀਬਨਾਥ ਟੈਂਪਲ ਹੈਗਾ। ਉਸ ਦੇ ਬਿਲਕੁਲ ਬੈਕ ਸਾਈਡ ਮੰਦਿਰ ਤੇ ਜਿਹੜਾ ਹੈਗਾ ਇਹ ਜਿਹੜਾ ਬੈਠੇ ਹੋਏ ਸੀਗੇ। ਉਸ ਤੋਂ ਬਾਅਦ ਇੱਕ ਸ਼ਖਸ ਨਹਾਉਣ ਜਾਂਦਾ ਹੈਗਾ, ਉਹ ਡੁੱਬਦਾ, ਫਿਰ ਬਾਕੀ ਜਾਂਦੇ ਆ। ਤਾਂ ਜਿੱਥੇ ਇਹਨਾਂ ਦੇ ਸ਼ਵ ਬਰਾਮਦ ਹੋਏ ਤਕਰੀਬਨ 50 ਫੁੱਟ ਦੀ ਜਿਹੜੀ ਹੈ ਗਹਿਰਾਈ ਸੀ, ਔਰ ਵੈਸੇ ਤਾਂ ਝੀਲ ਬਹੁਤ ਜ਼ਿਆਦਾ ਗਹਿਰੀ ਹੋ ਜਾਂਦੀ ਹੈ, 150-200 ਫੁੱਟ ਤੱਕ ਹੋਰ ਵੀ ਜਿਹੜੀ ਹੈਗੀ ਕਾਫੀ ਝੀਲ ਗਹਿਰੀ ਹੈਗੀ ਹੈ, ਕਿਉਂਕਿ ਭਾਖੜਾ ਡੈਮ ਜਿਹੜਾ ਬਹੁਤ ਵੱਡਾ ਡੈਮ ਹੈ ਉਸ ਦਾ ਰਿਜ਼ਰਵਾਇਰ ਮੇਨ ਹੈ ਹੀ ਗੋਬਿੰਦ ਸਾਗਰ ਲੇਕ ਹੈਗੀ ਹੈ। ਤੇ ਪਵਨ ਕੁਮਾਰ, ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਈਏ ਜਿਹੜੇ ਸ਼ਵ ਇਸ ਟਰੈਕਟਰ 'ਚ ਨੇ, ਪਵਨ ਕੁਮਾਰ, ਰਮਨ ਕੁਮਾਰ, ਲਖਬੀਰ ਸਿੰਘ ਔਰ ਲਾਭ ਸਿੰਘ, ਜਿਹੜੇ ਇੱਕੋ ਪਰਿਵਾਰ ਦੇ ਨੇ, 2 ਤੇ ਸਕੇ ਭਾਈ ਨੇ, 2 ਚਾਚੇ ਤਾਏ ਦੇ ਹੈਗੇ ਨੇ ਬੱਚੇ, ਉਹ ਜਿਹੜਾ ਹੈਗਾ ਇਸ 'ਚ ਨੇ। ਔਰ ਦੱਸ ਦਈਏ ਜਿਹੜੇ 2 ਸਕੇ ਭਾਈ ਹੈਗੇ ਨੇ ਉਹਨਾਂ ਦੇ ਫਾਦਰ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਥੋੜਾ ਹੈਂਡੀਕੈਪ ਨੇ ਲੱਤ ਤੋਂ, ਤੇ ਉਹਨਾਂ ਲਈ ਵੀ ਜਿਹੜਾ ਹੈਗਾ ਕਿਹਾ ਜਾ ਰਿਹਾ ਹੈਗਾ ਇਹਨਾਂ ਦੀ ਬਰਾਦਰੀ ਵੱਲੋਂ ਕਿ ਕੋਈ ਕਿਸੇ ਨੂੰ ਘਰ 'ਚੋਂ ਸਰਕਾਰੀ ਨੌਕਰੀ ਦੇ ਦਿੱਤੀ ਜਾਵੇ, ਕਿਉਂਕਿ ਉਹੀ ਜਿਹੜੇ ਉਹਨਾਂ ਦੇ ਬੱਚੇ ਸੀਗੇ ਕਿਸੇ ਤਰ੍ਹਾਂ ਮਿਹਨਤ ਮੁਸ਼ੱਕਤ ਕਰਕੇ ਘਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਕਰਦੇ ਸੀਗੇ, ਫੈਕਟਰੀ 'ਚ ਕੰਮ ਕਰਦੇ ਸੀ, ਖੇਤਾਂ 'ਚ ਕੰਮ ਕਰਦੇ ਸੀ, ਤੇ ਉਹਨਾਂ ਨੂੰ ਕੋਈ ਇਨਕਮ ਸੋਰਸ ਨਹੀਂ ਰਿਹਾ। ਉਹਨਾਂ ਲਈ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਹੋਰ ਵੀ ਪੀੜਤ ਪਰਿਵਾਰਾਂ ਲਈ ਇੱਕ ਸਰਕਾਰੀ ਨੌਕਰੀ ਦੀ, ਕਿ ਹਰ ਪੀੜਤ ਪਰਿਵਾਰ 'ਚ ਇੱਕ ਨੂੰ ਨੌਕਰੀ ਦੇ ਦਿੱਤੀ ਜਾਵੇ ਤਾਂ ਕਿ ਭਰਨ ਪੋਸ਼ਣ ਹੁੰਦਾ ਰਹੇ। ਲੇਕਿਨ ਆ ਜਿਹੜਾ ਦੁੱਖ ਸਹਿਣਾ ਸਭ ਤੋਂ ਪਹਿਲਾਂ ਅੰਮ੍ਰਿਤਾ, ਹਾਲੇ ਤਾਂ ਬਾਅਦ ਦੀ ਗੱਲ ਹੈਗੀ ਭਰਨ ਪੋਸ਼ਣ, ਲੇਕਿਨ ਜਿਹੜਾ ਇਹ ਦੁੱਖ ਦੀ ਘੜੀ ਹੈਗੀ ਹੈ ਇਹ ਸਹਿਣਾ ਸਭ ਤੋਂ ਔਖਾ ਪਰਿਵਾਰਕ ਮੈਂਬਰਾਂ ਲਈ ਇਸ ਵੇਲੇ ਹੋ ਗਿਆ ਹੈ। ਸਾਨੂੰ ਉਹਨਾਂ ਦੀ ਚੀਕ ਪੁਕਾਰ ਦੇਖੀ ਨਹੀਂ ਜਾ ਰਹੀ ਸੀਗੀ, ਜਿਸ ਤਰ੍ਹਾਂ ਦਹਾੜੇ ਮਾਰ ਕੇ ਰੋ ਰਹੇ ਸੀਗੇ, ਜੋ ਕਿ ਸੁਭਾਵਿਕ ਵੀ ਹੈਗਾ। ਦੇਖੀਆਂ ਨਹੀਂ ਜਾ ਰਹੀਆਂ ਸੀਗੀਆਂ ਉਹ ਤਸਵੀਰਾਂ। ਤੇ ਹੁਣ ਜਦੋਂ 7 ਜੀਆਂ ਦਾ ਅੰਤਿਮ ਸੰਸਕਾਰ ਇੱਕੋ ਹੀ ਸ਼ਮਸ਼ਾਨ ਘਾਟ 'ਚ, ਜਿਹੜੇ ਇੱਕੋ ਮਹੱਲੇ ਦੇ ਇਕੱਠੇ ਰਹਿਣ ਵਾਲੇ ਸੀ, ਇਕੱਠੇ ਪੜ੍ਹੇ, ਇਕੱਠੇ ਖੇਲੇ ਇੱਕੋ ਗਲੀ 'ਚ, ਤੇ ਉਹਨਾਂ ਦਾ ਜਦੋਂ ਅੰਤਿਮ ਸੰਸਕਾਰ ਇੱਕੋ ਨਾਲ ਕੀਤਾ ਜਾ ਰਿਹਾ, ਉਹ ਆਪਣੇ ਆਪ 'ਚ ਬਹੁਤ ਹੀ ਦਿਲ ਨੂੰ ਵਰੁੰਦਣ ਵਾਲੀਆਂ ਤਸਵੀਰਾਂ ਹੋਣਗੀਆਂ। ਬਿਲਕੁਲ ਅੰਕੁਸ਼, ਬੀਤੇ ਰੋਜ਼ ਅਸੀਂ ਤਸਵੀਰ ਉਹ ਵੀ ਵੇਖੀ ਸੀ, ਤੁਸੀਂ ਉੱਥੇ ਮੌਜੂਦ ਸੀ। ਪਿਤਾ ਬੀਤੇ ਰੋਜ਼ ਅਨਕੌਂਸ਼ੀਅਸ ਨਜ਼ਰ ਆ ਰਹੇ ਸੀ। ਉਹਨਾਂ ਦੀ ਸਥਿਤੀ ਦੇ ਵਿੱਚ ਕੁਝ ਸੁਧਾਰ ਹੋਇਆ ਹੈ, ਕਿਉਂਕਿ ਜ਼ਾਹਿਰ ਹੈ ਕਿ ਉਹ ਪਿਓ ਜਿਸ ਦੇ ਸਹਾਰੇ ਬਣਨੇ ਸੀ ਇਹ ਦੋਵੇਂ ਪੁੱਤ ਆਉਣ ਵਾਲੇ ਸਮੇਂ ਦੇ ਵਿੱਚ ਬਣ ਵੀ ਰਹੇ ਸੀ, ਅੱਜ ਉਹਨਾਂ ਹੀ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇਣਾ ਪਏਗਾ। ਸਥਿਤੀ ਬੇहद ਹੀ ਨਾਜ਼ੁਕ ਹੈ। ਫਿਲਹਾਲ ਪਿਤਾ ਦੀ ਕੰਡੀਸ਼ਨ ਕੀ ਹੈ? ਬਿਲਕੁਲ, ਪਰਿਵਾਰਕ ਮੈਂਬਰ ਬਾਰ-ਬਾਰ ਅਨਕੌਂਸ਼ੀਅਸ ਹੋ ਰਹੇ ਨੇ। ਕੱਲ੍ਹ ਉਹਦੇ ਫਾਦਰ ਸਾਹਿਬ ਜਿਸ ਤਰ੍ਹਾਂ ਅਨਕੌਂਸ਼ੀਅਸ ਹੋ ਰਹੇ ਸੀਗੇ, ਉਹ ਅੱਜ ਵੀ ਕਾਫੀ ਜਿਹੜਾ ਅਨਕੌਂਸ਼ੀਅਸ ਹੋ ਰਹੇ ਸੀ। ਉਹਦੀ ਦਾਦੀ ਦਾ ਬਹੁਤ ਬੁਰਾ ਹਾਲ ਸੀਗਾ, ਇੰਜੈਕਸ਼ਨਸ ਤੱਕ ਤੇ ਜਾ ਰਹੇ ਸੀਗੇ, ਤੇ ਗਲੂਕੋਸ ਵੀ ਲਗਾਏ ਗਏ ਅੱਜ ਪਰਿਵਾਰਕ ਮੈਂਬਰਾਂ ਨੂੰ ਕਾਫੀ ਟਾਈਮ ਤੱਕ, ਕਿਉਂਕਿ ਬੇਹੋਸ਼ ਬਾਰ-ਬਾਰ ਹੋ ਰਹੇ ਸੀਗੇ ਪਰਿਵਾਰਕ ਮੈਂਬਰ। ਤੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਅੰਤਿਮ ਸੰਸਕਾਰ ਹੋਵੇਗਾ, ਉਸ ਤੋਂ ਬਾਅਦ ਤਸਵੀਰਾਂ ਦਿਖਾਣੀਆਂ ਹਰ ਕੋਈ ਬੰਦ ਕਰ ਦੇਗਾ, ਔਰ ਸ਼ਾਇਦ 1-2 ਦਿਨ ਤੱਕ, 4 ਦਿਨ ਤੱਕ, ਕੁਝ ਟਾਈਮ ਤੱਕ ਸਾਰੇ ਸਾਡੇ ਦਰਸ਼ਕ ਵੀ ਭੁੱਲ ਜਾਣ, ਸਭ ਭੁੱਲ ਜਾਣ। ਲੇਕਿਨ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗਏ ਨੇ, ਉਹ ਇਸ ਵਿਛੋੜੇ ਨੂੰ, ਸਦੀਵੀ ਵਿਛੋੜੇ ਨੂੰ ਜਿਹੜੇ ਉਹਦੇ ਪਰਿਵਾਰਕ ਮੈਂਬਰ ਪਾ ਗਏ ਨੇ, ਉਹ ਕਦੇ ਨਹੀਂ ਭੁੱਲ ਪਾਣ। ਦੇਖੋ, ਜਿਹੜੀ ਇਹਨਾਂ ਦੀ ਮੰਗ ਹੈਗੀ ਹੈ ਸਰਕਾਰੀ ਨੌਕਰੀ ਦੀ, ਘੱਟੋ ਘੱਟ ਉਹ ਜਿਹੜਾ ਹੈਗਾ ਇਹਨਾਂ ਦਾ ਕਹਿਣਾ ਹੈਗਾ, ਇਹਦੀ ਬਰਾਦਰੀ ਦੇ ਲੀਡਰਸ ਦਾ ਕਹਿਣਾ ਹੈ ਕਿ ਉਹ ਘੱਟੋ ਘੱਟ ਮੰਨੀ ਜਾਣੀ ਚਾਹੀਦੀ ਹੈਗੀ ਹੈ। ਤੇ ਹੁਣ ਵੇਖਣਾ ਹੋਵੇਗਾ ਸਰਕਾਰਾਂ ਹੋਰ ਕੁਝ ਮਦਦ ਕੀ ਕਰਦੀਆਂ ਨੇ ਪਰਿਵਾਰ ਦੀਆਂ, ਔਰ ਦੂਸਰੀ ਗੱਲ ਕਿ ਕੀ ਕਦਮ ਚੁੱਕੇ ਜਾਂਦੇ ਨੇ। ਲਾਈਫ ਸੇਵਿੰਗ ਬੋਟਸ ਵਗੈਰਾ ਉੱਥੇ ਛੱਡੀਆਂ ਜਾਂਦੀਆਂ ਨਹੀਂ, ਅੱਗੇ ਤੋਂ ਗੋਤਾਖੋਰ ਪ੍ਰਸ਼ਿਕਸ਼ਿਤ ਛੱਡੇ ਜਾਂਦੇ ਨੇ ਇਹੋ ਜਿਹੇ ਸਪੋਰਟਸ ਤੇ ਜਿੱਥੇ ਟੂਰਿਸਟ ਸਪੋਰਟਸ ਨੇ, ਨਹਿਰਾਂ ਡੂੰਘੀਆਂ ਹੈਗੀਆਂ ਨੇ, ਝੀਲਾਂ ਡੂੰਘੀਆਂ ਹੈਗੀਆਂ ਨੇ, ਜਾਂ ਫਿਰ ਅੱਗੇ ਵੀ ਕੋਈ ਸਟੈਪਸ ਨਹੀਂ ਲਏ ਜਾਂਦੇ, ਕਿਉਂਕਿ ਸਰਕਾਰਾਂ ਇੱਕ ਬੋਰਡ ਤਾਂ ਲਗਾ ਦਿੰਦੀਆਂ ਨੇ ਕਿ ਇੱਥੋਂ ਅੱਗੇ ਨਾ ਜਾਇਆ ਜਾਵੇ, ਜਾਨ ਨੂੰ ਖਤਰਾ ਹੈ, ਲੇਕਿਨ ਫਿਰ ਵੀ ਕੁਝ ਐਕਸਟਰਾ ਜਿਹੜੇ ਹੈਗੇ ਐਫਰਟਸ ਲਾਣੇ ਚਾਹੀਦੇ ਹੈਗੇ ਆ, ਤਾਂ ਕਿ ਕੀਮਤੀ ਜਾਨਾਂ, ਮਾਂ ਪਿਓ ਦੇ ਜਿਹੜੇ ਪੁੱਤ ਹੈਗੇ ਨੇ, ਪਰਿਵਾਰਕ ਮੈਂਬਰ ਹੈਗੇ ਨੇ ਕਿਸੇ ਦੇ, ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਇਸ ਵਾਸਤੇ ਪ੍ਰਸ਼ਾਸਨ ਨੂੰ ਵੀ ਜ਼ਰੂਰ ਕਦਮ ਚੁੱਕਣੇ ਚਾਹੀਦੇ ਹੈਗੇ ਆ। ਡਿਜ਼ਾਸਟਰ ਮੈਨੇਜਮੈਂਟ ਟੀਮਸ ਹੋਣ, ਉਹਨਾਂ ਨੂੰ ਕਦਮ ਜਿਹੜੇ ਹੈਗੇ ਆ ਅੰਮ੍ਰਿਤਾ ਜ਼ਰੂਰ ਚੁੱਕਣੇ ਚਾਹੀਦੇ ਹੈਗੇ ਨੇ। ਬਿਲਕੁਲ, ਇਹ ਜੋ ਘਟਨਾ ਪੂਰੀ ਵਾਪਰੀ ਹੈ, ਇਸਨੇ ਨੌਜਵਾਨਾਂ ਨੂੰ ਵੀ ਜ਼ਰੂਰ ਇੱਕ ਸਿੱਖ ਦਿੱਤੀ ਹੈ ਅੰਕੁਸ਼, ਕਿ ਸਮੇਂ ਦੀ ਨਜ਼ਾਕਤ ਨੂੰ ਸਮਝਿਆ ਜਾਵੇ, ਪਿੱਛੇ ਆਪਣੇ ਪਰਿਵਾਰਾਂ ਵੱਲ ਵੇਖਿਆ ਜਾਵੇ, ਤੇ ਆਪਣੀ ਜ਼ਿੰਦਗੀ ਦੇ ਜੋ ਕਦਮ ਪੁੱਟੇ ਜਾਣ ਉਹ ਸੋਚ ਸਮਝ ਕੇ ਪੁੱਟੇ ਜਾਣ, ਕਿਉਂਕਿ ਇਹ ਨਹੀਂ ਪਤਾ ਕਿ ਕਿਸ ਵੇਲੇ ਕਿਹੜਾ ਇੱਕ ਗਲਤ ਕਦਮ ਪੁੱਟਿਆ ਪਿੱਛੇ ਉਮਰਾਂ ਦਾ ਪਛਤਾਵਾ ਛੱਡ ਜਾਏ।
ਵੇਖਿਆ ਜਾਂਦਾ ਹੈਗਾ ਜਦੋਂ ਵੀ ਇਹੋ ਜਿਹੇ ਹਾਦਸੇ ਹੁੰਦੇ ਨੇ ਕਈ ਵਾਰ ਅੰਦਾਜ਼ਾ ਨਹੀਂ ਲੱਗਦਾ। ਸਟਾਰਟਿੰਗ 'ਚ 4 ਤੋਂ 5 ਫੁੱਟ ਗਹਿਰਾਈ ਹੁੰਦੀ ਹੈਗੀ ਹੈ ਕਈ ਜਗ੍ਹਾ ਝੀਲਾਂ ਦੀ, ਨਹਿਰਾਂ, ਨਦੀਆਂ ਦੀ, ਲੇਕਿਨ ਜਿਵੇਂ ਇੱਕ ਕਦਮ ਅੱਗੇ ਵਧਾਉਂਦੇ ਆ 50 ਤੋਂ 100 ਫੁੱਟ ਜਿਹੜਾ ਹੈਗਾ 150 ਫੁੱਟ ਇਸ ਤਰ੍ਹਾਂ ਗਹਿਰਾਈਆਂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਿੱਥੇ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਉੱਥੇ ਵੀ ਦੱਸਿਆ ਜਾ ਰਿਹਾ 50 ਫੁੱਟ ਦੀ ਗਹਿਰਾਈ ਤੋਂ ਜਿਹੜੀਆਂ ਹੈਗੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਔਰ ਇੱਕ ਨੂੰ ਬਚਾਉਣ ਦੇ ਚੱਕਰ 'ਚ ਫਿਰ ਜਦ ਚੇਨ ਬਣਾਈ ਗਈ ਇਹੀ ਦੱਸਿਆ ਜਾ ਰਿਹਾ ਹੈਗਾ ਕਿ ਫਿਰ ਬਾਕੀ ਵੀ ਡੁੱਬਦੇ ਗਏ। ਜਿਹੜੇ 11 ਕੁੱਲ ਸ਼ਖਸ ਸੀਗੇ ਸਿਰਫ 4 ਦੀ ਜਾਨ ਬਚ ਸਕੀ, ਬਾਕੀ 7 ਜਿਹੜੇ ਹੈਗੇ ਜਿਨ੍ਹਾਂ ਦੇ ਸ਼ਵ ਹੁਣ ਜਾ ਰਹੇ ਨੇ ਅੰਤਿਮ ਸੰਸਕਾਰ ਲਈ ਆਪਣੀ ਜਾਨ ਗਵਾ ਬੈਠੇ। ਤੇ ਬਿਲਕੁਲ ਜਿਹੜੀ ਹੈਗੀ ਹੈ ਸੇਧ ਘੱਟੋ ਘੱਟ ਲੈਣੀ ਚਾਹੀਦੀ ਹੈ। ਇਹ ਹਾਦਸਾ ਤਾਂ ਵਾਪਰ ਗਿਆ, ਬਹੁਤ ਹੀ ਮੰਦਭਾਗਾ ਹੈਗਾ, ਲੇਕਿਨ ਘੱਟੋ ਘੱਟ ਅੱਗੇ ਤੇ ਲੋਕਾਂ ਨੂੰ ਵੀ ਚਾਹੀਦਾ ਹੈਗਾ ਕਿ ਇਹੋ ਜਿਹੇ ਨਦੀ ਨਾਲਿਆਂ 'ਚ ਨਾ ਜਾਣ। ਔਰ ਦੂਸਰਾ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਵੀ ਲਾਈਫ ਸੇਵਿੰਗ ਬੋਟਸ ਔਰ ਗੋਤਾਖੋਰ ਵਗੈਰਾ ਆਹ ਤਸਵੀਰਾਂ ਵੇਖ ਸਕਦੇ ਹੋ ਅੰਮ੍ਰਿਤਾ, ਕਿੰਨੀਆਂ ਦਿਲ ਨੂੰ ਵਰੁੰਦਣ ਵਾਲੀਆਂ ਤਸਵੀਰਾਂ ਨੇ। ਕਿੰਨੀਆਂ ਮਾਵਾਂ ਕਿੰਨੀਆਂ ਭੈਣਾਂ ਹੋਣਗੀਆਂ ਇਹਨਾਂ 'ਚ ਜਿਨ੍ਹਾਂ ਦੇ 7 ਜੀ ਗਏ ਹੈਗੇ ਨੇ। ਇਹਨਾਂ ਦਾ ਵਿਲਾਪ, ਕਿਉਂਕਿ ਹਰ ਇੱਕ ਦਾ ਦਿਲ ਸੈਂਸਿਟਿਵ ਹੁੰਦਾ ਹੈ, ਚਾਹੇ ਉਹ ਪਿਤਾ ਹੋਵੇ ਹਰ ਇੱਕ ਦਾ, ਲੇਕਿਨ ਲੇਡੀਜ਼ ਦਾ ਜਿਸ ਤਰ੍ਹਾਂ ਮੰਨਿਆ ਜਾਂਦਾ ਜ਼ਿਆਦਾ ਹੀ ਦਿਲ ਸੈਂਸਿਟਿਵ ਹੁੰਦਾ ਹੈ। ਭੈਣਾਂ ਆਈਆਂ ਜਿਹੜੀਆਂ ਰੋਂਦੀਆਂ ਆਈਆਂ ਘਰਾਂ ਨੂੰ, ਉਹ ਦੇਖੀਆਂ ਨਹੀਂ ਜਾ ਰਹੀਆਂ ਸੀਗੀਆਂ। ਮਾਵਾਂ ਦੇ ਹਾਲ ਨਹੀਂ ਦੇਖੇ ਜਾ ਰਹੇ, ਦਾਦੀਆਂ ਦੇ ਹਾਲ ਨਹੀਂ ਦੇਖੇ ਜਾ ਰਹੇ ਨੇ। ਕਿਸੇ ਦੀ ਕੋਈ ਭੂਆ ਹੋਏਗੀ, ਕਿਸੇ ਦੀ ਕੋਈ ਮਾਂ ਹੋਏਗੀ, ਭੈਣ ਹੋਏਗੀ, ਦਾਦੀ ਹੋਵੇਗੀ। ਆਹ ਤਸਵੀਰਾਂ ਬਹੁਤ ਆਪਣੇ ਆਪ 'ਚ ਜਿਹੜਾ ਹੈਗਾ ਹੈ ਇਮੋਸ਼ਨਲ ਕਰਨ ਵਾਲੀਆਂ ਨੇ, ਦਿਲ ਨੂੰ ਵਰੁੰਦਣ ਵਾਲੀਆਂ ਨੇ। ਆ ਵੇਖ ਸਕਦੇ ਹੋ ਥੱਲੇ ਬਹਿ ਕੇ ਜਿਹੜਾ ਹੈਗਾ ਹੈ ਉਹਦੇ ਦਾਦੀ ਜਿਹੜੇ ਹੈਗੇ ਆ ਵਿਲਾਪ ਕਰ ਰਹੇ ਹੈਗੇ ਨੇ। ਬਹੁਤ ਬੁਰਾ ਹਾਲ ਇਸ ਵੇਲੇ, ਬਹੁਤ ਮੰਦੜਾ ਹਾਲ ਇਸ ਵੇਲੇ ਬਨੂੜ ਦਾ ਹੋ ਰੱਖਿਆ ਹੈ ਅੰਮ੍ਰਿਤਾ। ਸੋ ਬੇहद ਮੰਦਭਾਗੀ ਇਹ ਤਸਵੀਰ ਜਿਸ ਨੂੰ ਅਲਫਾਜ਼ ਦਿੱਤੇ ਹੀ ਨਹੀਂ ਜਾ ਸਕਦੇ। ਕੁਝ ਵੀ ਬੋਲ ਕੇ ਇਹਨਾਂ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ਪਰਿਵਾਰਾਂ ਨੂੰ ਇਹ ਮ੍ਰਿਤਕ ਦੇਹਾਂ ਸੌਂਪ ਦਿੱਤੀਆਂ ਗਈਆਂ ਨੇ। ਇੱਕ ਝਟਕਾ ਇਸ ਤਰ੍ਹਾਂ ਦਾ ਇਸ ਪਿੰਡ ਨੂੰ ਲੱਗਿਆ ਕਿ ਇਸ ਪਿੰਡ ਦੇ ਵਿੱਚ 70 ਵਿੱਚ ਗਏ ਨੇ। ਅੱਜ 7 ਜਿਉਂਦੇ ਜਾਗਦੇ ਪੁੱਤ ਮਾਵਾਂ ਨੇ ਜੋ ਤੋਰੇ ਸੀ ਘੁੰਮਣ ਫਿਰਨ ਦੇ ਲਈ, ਅੱਜ ਉਹਨਾਂ ਨੂੰ ਆਪਣੇ ਪਿਓ ਦੇ ਮੋਢਿਆਂ ਤੇ ਲਾਸ਼ਾਂ ਦੇ ਰੂਪ ਦੇ ਵਿੱਚ ਇਸ ਵੈਨ ਚੋਂ ਉਤਰਦਾ ਵੇਖਣਾ ਪੂਰੇ ਪਿੰਡ ਦੇ ਵਾਸਤੇ ਬਰਦਾਸ਼ਤ ਕਰਨ ਯੋਗ ਨਹੀਂ ਸੀ ਤੇ ਇਸ ਚੀਜ਼ ਨੂੰ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਤਸਵੀਰਾਂ ਜੋ ਤੁਸੀਂ ਇਸ ਵੇਲੇ ਵੇਖ ਪਾ ਰਹੇ ਹੋ ਮੂੰਹ ਬੋਲਦੀਆਂ ਤਸਵੀਰਾਂ ਨੇ। ਉਹਨਾਂ 'ਚ ਵਾਪਰਿਆ ਉਹ ਇੱਕ ਹਾਦਸਾ, ਕੁਝ ਸੈਕਿੰਡਸ ਦੀ ਉਹ ਗਲਤੀ, ਕੁਝ ਸੈਕਿੰਡਸ ਦੀ ਉਹ ਚੂਕ ਜੋ ਪਿੱਛੇ ਉਮਰਾਂ ਦਾ ਇਹ ਵਿਰਲਾਪ, ਇਹ ਵਿਛੋੜਾ ਛੱਡ ਗਈ ਹੈ। अंकुश, क्योंकि अंतिम संस्कार इकट्ठिया ही किया जाएगा, तस्वीरां फिलहाल जो देख पा रहे हो वाकई रूह कंबा देने वाली तस्वीरां ने। इन्हां तस्वीरां नूं बयान कर पाना भी मुश्किल है। फिलहाल स्थिति भी काफ़ी नाजुक है। जो 4 नौजवान अंकुश नाल सी, जाहिर है कि वो भी हजे तक इस सदमे चों निकल नहीं सके होणगे कि ये की हो गया। बिल्कुल अमृता, वो ਜਿਹੜੇ ਸ਼ਖਸ ਸੀਗੇ ਨਾਲ ਉਹ ਕਹਿ ਰਹੇ ਸੀਗੇ ਕਿ ਅਸੀਂ ਬਾਰ-ਬਾਰ ਮਨਾ ਕਰ ਰਹੇ ਸੀਗੇ ਕਿ ਨਾ ਜਾਓ ਵਿੱਚ। ਜਦ ਪੁਲਿਸ ਨੇ ਗੱਲਬਾਤ ਕੀਤੀ ਉਹ ਸ਼ਖਸਾਂ ਨਾਲ ਜਿੰਦੀ ਜਾਨ ਬਚ ਗਈ, ਲੇਕਿਨ ਕਹਿੰਦੇ ਉਹ ਨਹੀਂ ਮੰਨ ਰਹੇ ਸੀਗੇ। ਉਹ ਕਹਿੰਦੇ ਅਸੀਂ ਨਹਾਉਣਾ ਹੈਗਾ। ਉਹ ਨਹਾਉਣ ਦੇ ਜ਼ਿੱਦ 'ਚ ਹੀ ਇੱਕ ਸ਼ਖਸ ਜਾਂਦਾ ਹੈ, ਫਿਰ ਉਹ ਜਦੋਂ ਜ਼ਿਆਦਾ ਗਹਿਰਾਈ ਚੱਲ ਜਾਂਦਾ ਉਸ ਨੂੰ ਬਚਾਉਣ ਲਈ ਬਾਕੀ ਚੇਨ ਬਣਾਉਂਦੇ ਹੈਗੇ ਨੇ ਤੇ ਉਹ ਜਿਹੜੇ ਹੈਗੇ ਸਾਰੇ ਜਿਹੜਾ ਇੱਕ ਇੱਕ ਕਰਕੇ ਡੁੱਬਦੇ ਜਾਂਦੇ ਨੇ। ਸਿਰਫ 4 ਸ਼ਖਸ ਹੀ ਬਚ ਪਾਉਂਦੇ ਨੇ। ਤੇ ਹੁਣ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈਗਾ ਕੁਛ ਹੀ ਦੂਰੀ ਤੇ ਇੱਥੋਂ ਬਿਲਕੁਲ ਜਿਹੜਾ ਹੈਗਾ 300 ਤੋਂ 400 ਮੀਟਰ ਦੀ ਦੂਰੀ ਤੇ ਸ਼ਮਸ਼ਾਨ ਘਾਟ ਹੈਗਾ। ਉੱਥੇ ਸਭ ਦਾ ਅੰਤਿਮ ਸੰਸਕਾਰ ਇਕੱਠੇ ਕੀਤਾ ਜਾਣਾ ਹੈ। ਔਰ ਇਹ 4 ਸ਼ਵ ਤਾਂ ਇੱਕੋ ਹੀ ਟਰੈਕਟਰ 'ਚ ਹੈਗੇ ਨੇ, ਜਿਵੇਂ ਅਸੀਂ ਦੱਸ ਰਹੇ ਹਾਂ। ਜਿਹੜੇ ਇੱਕ ਪਰਿਵਾਰ ਦੇ ਹੈਗੇ ਨੇ, 2 ਸਕੇ ਭਾਈ ਨੇ ਔਰ 2 ਚਾਚੇ ਤਾਏ ਦੇ ਹੈਗੇ ਨੇ ਤੇ ਇੱਕੋ ਹੀ ਪਰਿਵਾਰ ਹੈਗਾ। ਤੇ ਇਹ 4 ਨੂੰ ਪਹਿਲਾਂ ਲਿਜਾਇਆ ਜਾ ਰਿਹਾ। ਬਾਕੀ ਸ਼ਵ ਵੀ ਜਿਹੜਾ ਹੈਗੇ ਆ ਉੱਥੇ ਪੁੱਜਣਗੇ, ਲੈ ਕੇ ਆਉਣਗੇ ਪਰਿਵਾਰਕ ਮੈਂਬਰ ਤੇ ਉਸ ਤੋਂ ਬਾਅਦ 7 ਦਾ ਸੰਸਕਾਰ ਜਿਹੜਾ ਹੈਗਾ ਇੱਕੋ ਨਾਲ ਪਿੰਡ ਦੇ ਇੱਕੋ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ। ਤੇ ਇੱਕ ਅਮ੍ਰਿਤਾ ਦੱਸਣਾ ਚਾਹਾਂਗੇ ਅਸੀਂ ਗੋਬਿੰਦ ਸਾਗਰ ਝੀਲ ਬਾਰੇ। ਗੋਬਿੰਦ ਸਾਗਰ ਝੀਲ ਜਿਵੇਂ ਭਾਖੜਾ ਡੈਮ ਦਾ ਮੇਨ ਰਿਜ਼ਰਵਾਇਰ ਹੈਗਾ ਤੇ ਇਹ